Hello students, I'm Sukhvinder Kaur from Department of Economics, GGDST College हरियाणा ਹੁਸ਼ਿਆਰਪੁਰ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਕਨੋਮਿਕਸ ਦਾ ਪਹਿਲਾ ਟੌਪਿਕ। ਇਕਨੋਮਿਕਸ ਕੀ ਹੈ, ਇਕਨੋਮਿਕਸ ਦੀਆਂ ਡੈਫੀਨੇਸ਼ਨਸ ਕੀ ਨੇ। ਪਰ ਮੈਂ ਇੱਥੇ ਦੱਸਦੀ ਹਾਂ ਕਿ ਕੱਲ੍ਹ ਆਪਾਂ ਇਕਨੋਮਿਕਸ ਦੀ ਬੁੱਕ ਅਤੇ BK ਪਬਲਿਸ਼ਰ ਜਿਹੜਾ ਉਹਦੀ ਬੁੱਕ ਸੀਗੀ ਮਾਈਕਰੋ ਇਕਨੋਮਿਕਸ, ਜਿਹਦੇ ਵਿੱਚ TR ਜੈਨ ਅਤੇ ਸੰਧੂ ਜਿਹੜੇ ਆ ਉਹ ਰਾਈਟਰ ਹੈਗੇ ਆ, AS ਸੰਧੂ। ਅਤੇ ਮੈਂ ਦੱਸਦੀ ਹਾਂ ਕਿ ਜਸਟ ਮੈਂ ਰਿਕਮੈਂਡ ਕਰਦੀ ਹਾਂ ਕਿ ਤੁਸੀਂ ਆਪਣੇ ਕੋਲ ਜੇ ਲੈਣੀ ਹੈ ਤਾਂ ਲੈ ਲਓ, ਅਤੇ ਸਾਡਾ ਸਾਰਾ ਸਿਲੇਬਸ ਕਵਰ ਕਰਦੀ ਹੈ। ਪਰ ਮੈਂ ਤੁਹਾਨੂੰ ਉਹਦੇ ਤੋਂ ਇਲਾਵਾ ਹੋਰ ਬੁੱਕਸ ਤੋਂ ਵੀ ਕੰਸਲਟ ਕਰਕੇ ਹੋਰ ਬੁੱਕਸ ਦਾ ਵੀ ਵਿੱਚ ਡਿਸਕਸ ਕਰਾਂਗੀ, ਅਤੇ ਜੇ ਤੁਹਾਨੂੰ ਉਹਨਾਂ ਬੁੱਕਸ ਦੀ ਵੀ ਲੋੜ ਹੋਈ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ। ਅਤੇ ਜ਼ਰੂਰੀ ਨਹੀਂ ਹੈ ਕਿ ਸਾਰਾ ਸਿਲੇਬਸ ਆਪਾਂ ਇੱਕੋ ਹੀ ਕਿਤਾਬ ਤੋਂ ਕਰਨਾ, ਜਿੱਥੇ ਸਾਨੂੰ ਠੀਕ ਲੱਗੀ ਆ, ਵਧੀਆ ਮਟੀਰੀਅਲ ਲੱਗਾ, ਆਪਾਂ ਉੱਥੋਂ ਦੇਖਾਂਗੇ। ਅਤੇ ਇਕਨੋਮਿਕਸ ਦੀ ਗੱਲ ਕਰਨ ਜਾ ਰਹੇ ਹਾਂ ਆਪਾਂ। ਇਕਨੋਮਿਕਸ ਅਰਥ ਸ਼ਾਸਤਰ ਕੀ ਹੈ, ਸਿੰਪਲ ਵਰਡਸ ਦੇ ਵਿੱਚ ਪਹਿਲਾਂ ਗੱਲ ਕਰੀਏ ਤਾਂ ਦੇਖੋ, ਸਾਡੀਆਂ ਬਹੁਤ ਸਾਰੀਆਂ ਲੋੜਾਂ, ਪਰ ਸਾਡੇ ਜਿਹੜੇ ਉਹਨਾਂ ਨੂੰ ਲੋੜਾਂ ਨੂੰ ਪੂਰੀਆਂ ਕਰਨ ਦੇ ਸਾਧਨ ਆ ਉਹ ਬਹੁਤ ਘੱਟ ਆ, ਰਿਸੋਰਸਿਸ ਘੱਟ ਆ, ਲੋੜਾਂ ਨੂੰ ਪੂਰੀਆਂ ਕਰਨ ਵਾਲੇ ਰਿਸੋਰਸਿਸ ਘੱਟ ਆ। ਇਸ ਲਈ ਸਾਡੇ ਸਾਹਮਣੇ ਚੋਣ ਦੀ ਸਮੱਸਿਆ ਪੈਦਾ ਹੁੰਦੀ ਹੈ। ਉਹ ਚੋਣ ਦੀ ਸਮੱਸਿਆ ਜਿਹੜੀ ਆ ਉਹਦਾ ਹੱਲ ਕਿਸ ਤਰ੍ਹਾਂ ਕਰਨਾ, ਇਹ ਸਾਨੂੰ ਇਕਨੋਮਿਕਸ ਦੱਸਦੀ ਹੈ। ਇੱਕ ਐਗਜ਼ਾਮਪਲ ਦੇ ਥਰੂ ਦੱਸਾਂ ਤਾਂ ਮੰਨ ਲਓ ਸਾਡੇ ਕੋਲ ਮਨੀ ਦੇ ਥਰੂ ਦੱਸਦੀ ਹਾਂ ਕਿ 1000 ਰੁਪੀਜ਼ ਆ, ਅਤੇ ਸਾਡੀਆਂ ਜਿਹੜੀਆਂ ਲੋੜਾਂ ਉਹ 2000 ਦੀਆਂ। ਇਸੇ ਤਰ੍ਹਾਂ ਹੁੰਦਾ ਕਿ ਜਿੰਨੇ ਵੀ ਤੁਹਾਡੇ ਕੋਲ ਰਿਸੋਰਸਿਸ ਅਵੇਲੇਬਲ ਹੁੰਦੇ ਆ, ਤੁਹਾਡੀਆਂ ਲੋੜਾਂ ਹਮੇਸ਼ਾ ਉਸ ਤੋਂ ਜ਼ਿਆਦਾ ਹੁੰਦੀਆਂ। ਅਤੇ ਫਿਰ ਤੁਹਾਨੂੰ ਚੂਜ਼ ਕਰਨਾ ਪਏਗਾ, ਕਿਉਂਕਿ ਤੁਹਾਡੀ 2000 ਦੀ ਲੋੜ ਹੈ ਅਤੇ ਤੁਹਾਡੇ ਕੋਲ 1000 ਰੁਪਈਆ ਹੈ। ਅਤੇ ਹੁਣ ਤੁਸੀਂ ਬਿਨਾਂ ਸ਼ੱਕ ਉਹ ਸਾਰੀਆਂ ਚੀਜ਼ਾਂ, ਸਾਰੇ ਪ੍ਰੋਡਕਟਸ ਤਾਂ ਨਹੀਂ ਲੈ ਪਾਓਗੇ, ਸਾਰੀਆਂ ਲੋੜਾਂ ਤਾਂ ਨਹੀਂ ਪੂਰੀਆਂ ਕਰ ਪਾਓਗੇ। ਫਿਰ ਤੁਸੀਂ ਚੂਜ਼ ਕਰੋਗੇ ਕਿ ਕਿਹੜੀਆਂ ਲੋੜਾਂ ਤੁਸੀਂ ਪੂਰੀਆਂ ਕਰੋਗੇ, ਪਹਿਲਾਂ ਪ੍ਰਾਇਓਰਟੀ ਕਿਹਨਾਂ ਨੂੰ ਦਿਓਗੇ। ਇਹ ਹੈਲਪ ਕਰਨ ਦੇ ਵਿੱਚ ਕਿ ਕਿਹੜੀ ਚੀਜ਼ ਆਪਾਂ ਜਿਹੜੀ ਚੂਜ਼ ਕਰ ਲਈਏ, ਜਿਹਦੇ ਨਾਲ ਸਾਡੀ ਜਿਹੜੀ ਵੱਧ ਤੋਂ ਵੱਧ ਸੈਟਿਸਫੈਕਸ਼ਨ ਵੱਧ ਤੋਂ ਵੱਧ ਹੋ ਜਾਏ, ਉਹ ਸਾਨੂੰ ਇਕਨੋਮਿਕਸ ਦੱਸਦੀ ਹੈ। ਫਿਰ ਇਕਨੋਮਿਕਸ ਕੀ ਆ? ਇਕਨੋਮਿਕਸ ਇਜ਼ ਦ ਸਟੱਡੀ ਆਫ those actions of human beings which are concerned with the satisfaction of unlimited wants by utilizing the limited resources। ਕਿ ਅਰਥ ਸ਼ਾਸਤਰ ਆ ਜਿਹੜਾ ਇਕਨੋਮਿਕਸ, ਸਾਡੇ ਉਹਨਾਂ ਕੰਮਾਂ ਦੀ ਸਟੱਡੀ ਆ, ਉਹਨਾਂ ਕੰਮਾਂ ਦਾ ਅਧਿਐਨ ਆ ਜਿਸ ਦਾ ਸੰਬੰਧ ਵਿਅਕਤੀ ਦੀ ਅਸੀਮਤ ਲੋੜਾਂ ਦੀ ਵਧੇਰੇ ਸੰਤੁਸ਼ਟੀ ਲਈ ਸੀਮਤ ਸਾਧਨਾਂ ਦੀ ਵਰਤੋਂ ਦੇ ਨਾਲ ਹੈ। ਕਿ ਆਪਾਂ ਇਸ ਤਰ੍ਹਾਂ ਚੂਜ਼ ਕਰਦੇ ਹਾਂ ਫਿਰ ਕਿ ਸਾਡੀਆਂ ਜਿਹੜੀਆਂ ਲੋੜਾਂ ਉਹ ਇਸ ਤਰ੍ਹਾਂ ਪੂਰੀਆਂ ਹੋਣ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਮਿਲ ਸਕੇ। ਜੇ ਆਪਾਂ ਸਿੰਪਲ ਜਿਹੇ ਅੱਖਰਾਂ 'ਚ ਦੇਖੀਏ, ਸਿੰਪਲ ਜਿਹੀ ਐਗਜ਼ਾਮਪਲ ਲਈਏ ਕਿ ਮੰਨ ਲਓ ਸਾਡੇ ਕੋਲ 100 ਰੁਪੀਜ਼ ਹੈਗੇ ਆ, ਔਰ ਆਪਾਂ ਕਾਲਜ ਤੋਂ ਘਰ ਜਾਣਾ ਚਾਹੁੰਦੇ ਹਾਂ, ਅਤੇ ਆਪਾਂ ਦਾ ਮੰਨ ਲਓ 80 ਰੁਪੀਜ਼ ਤੁਹਾਡਾ ਕਿਰਾਇਆ ਲੱਗਦਾ ਪਿਆ। ਇੱਕ ਨੋਟਬੁੱਕ ਵੀ ਚਾਹੀਦੀ ਹੈ ਜਿਹੜੀ 20 ਰੁਪੀਜ਼ ਦੀ ਆਏਗੀ, ਇੱਕ ਪੈਨ ਵੀ ਚਾਹੀਦਾ ਜਿਹੜਾ 10 ਰੁਪੀਜ਼ ਦਾ ਆਏਗਾ, ਅਤੇ ਇੱਕ ਸਾਡੀ ਤੁਹਾਨੂੰ ਇਕਨੋਮਿਕਸ ਦੀ ਮੰਨ ਲਓ ਬੁੱਕ ਵੀ ਚਾਹੀਦੀ ਹੈ। ਪਰ ਸਾਡੇ ਕੋਲ ਰੁਪੀਜ਼ ਸਿਰਫ ਇਸ ਵੇਲੇ 100 ਆ, 100 ਰੁਪੀਜ਼ ਆ। ਅਤੇ ਦੇਖੋ, ਸਭ ਤੋਂ ਪਹਿਲੀ ਪ੍ਰਾਇਓਰਟੀ ਤਾਂ ਇਹ ਹੈ ਕਿ ਜੇ ਤੁਹਾਡਾ 80 ਰੁਪੀਜ਼ ਤੁਹਾਡਾ ਬੱਸ ਫੇਅਰ ਆ, ਤਾਂ ਪਹਿਲਾਂ ਤੁਸੀਂ ਉਹ 80 ਰੁਪਏ ਕੱਢੋਗੇ। ਉਸ ਤੋਂ ਬਾਅਦ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ? ਸਭ ਤੋਂ ਪਹਿਲਾਂ ਹੁਣ ਦੇਖੋ, ਜਿਹੜੀ ਬੁੱਕ ਆ ਉਹ ਤਾਂ ਤੁਸੀਂ ਵਿੱਚੋਂ ਬਾਹਰ ਹੀ ਕੱਢ ਦਿਓ, ਕਿਉਂਕਿ ਉਹ ਤਾਂ ਤੁਹਾਡੇ 20 ਰੁਪੀਜ਼ ਦੇ ਵਿੱਚ ਪੋਸੀਬਲ ਨਹੀਂ ਆ। ਫਿਰ ਹੁਣ ਪੈਨ ਅਤੇ ਨੋਟਬੁੱਕ ਆ, ਹੁਣ ਜੇ ਤੁਸੀਂ ਇਕੱਲੀ ਨੋਟਬੁੱਕ ਵੀ ਲੈ ਲਓਗੇ ਤਾਂ ਉਹਦਾ ਫਾਇਦਾ ਨਹੀਂ ਹੋਏਗਾ, ਇਕੱਲਾ ਪੈਨ ਵੀ ਲੈ ਲਓਗੇ ਤਾਂ ਉਹਦਾ ਫਾਇਦਾ ਨਹੀਂ ਹੋਏਗਾ। ਅਤੇ ਆਪਾਂ ਕੀ ਕਰਾਂਗੇ, 5 ਰੁਪੀਜ਼ ਵਾਲਾ ਪੈਨ ਲੈ ਲਾਂਗੇ, 15 ਰੁਪੀਜ਼ ਵਾਲੀ ਨੋਟਬੁੱਕ ਲੈ ਲਾਂਗੇ, ਜਾਂ 10 ਰੁਪੀਜ਼ ਵਾਲੀ ਨੋਟਬੁੱਕ ਲੈ ਲਾਂਗੇ। ਇਸ ਤਰ੍ਹਾਂ ਆਪਾਂ ਚੂਜ਼ ਕਰਦੇ ਹਾਂ ਕਿ ਆਪਾਂ ਬੁੱਕ ਬਾਅਦ ਵਿੱਚ ਲੈ ਲਾਂਗੇ। ਆਪਾਂ ਚੂਜ਼ ਕਰਾਂਗੇ ਕਿ ਆਪਾਂ 20 ਰੁਪੀਜ਼ ਵਾਲੀ ਨੋਟਬੁੱਕ ਦੀ ਜਗ੍ਹਾ 'ਤੇ 10 ਰੁਪੀਜ਼ ਵਾਲੀ ਨੋਟਬੁੱਕ ਲੈ ਲੈਂਦੇ ਹਾਂ। ਆਪਾਂ ਇਸ ਤਰ੍ਹਾਂ ਸੋਚਦੇ ਪਏ ਹਾਂ, ਔਰ ਇਹ ਜਿਹੜੀ ਚੋਇਸ ਕਰਨ ਦੀ ਜਿਹੜੀ ਤੁਹਾਡੀ ਜਿਹੜੀ ਅਬਿਲਿਟੀ ਆ, ਇਹ ਇਸਟੈਬਲਿਸ਼ ਕਰਦੀ ਆ ਤੁਹਾਡੀ ਚੋਇਸ ਕਰਨ ਦੇ ਵਿੱਚ, ਤੁਹਾਨੂੰ ਚੂਜ਼ ਕਰਨ ਦੇ ਵਿੱਚ ਹੈਲਪ ਕਰਦੀ ਆ ਇਕਨੋਮਿਕਸ। ਇਕਨੋਮਿਕਸ ਆ ਜਿਹੜੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਆ, ਪੰਜਾਬੀ 'ਚ ਤਾਂ ਆਪਾਂ ਅਰਥ ਸ਼ਾਸਤਰ ਕਹਿ ਦਿੰਦੇ ਹਾਂ, ਔਰ ਇਹ ਗਰੀਕ ਭਾਸ਼ਾ ਦਾ ਸ਼ਬਦ ਆ OIKOS, ਇਕੋਸ। ਇਹਦਾ ਮਤਲਬ ਹੁੰਦਾ ਹਾਊਸ ਹੋਲਡ, ਅਤੇ ਦੂਸਰਾ ਹੈਗਾ ਨੀਮੇਨ, NEMEIN, ਇਹਦਾ ਮਤਲਬ ਹੁੰਦਾ ਟੂ ਮੈਨੇਜ, ਜਿਸ ਦਾ ਅਰਥ ਹੁੰਦਾ ਘਰੇਲੂ ਪ੍ਰਬੰਧ। ਇੱਥੋਂ ਸ਼ੁਰੂ ਹੋਇਆ ਸੀਗਾ ਇਕਨੋਮਿਕਸ ਦਾ ਜਿਹੜਾ ਇਕਨੋਮਿਕਸ ਵਰਡ, ਗਰੀਕ ਭਾਸ਼ਾ ਦੇ ਸ਼ਬਦ ਤੋਂ, ਗਰੀਕ ਭਾਸ਼ਾ ਦੇ 2 ਸ਼ਬਦਾਂ ਤੋਂ, ਕਿਓਸ ਐਂਡ ਨੀਮੇਨ। ਔਰ ਉਸ ਤੋਂ ਬਾਅਦ ਵਿੱਚ ਜਿਹੜੇ ਸਾਡੇ ਅਰਥ ਸ਼ਾਸਤਰੀ ਹੈਗੇ ਆ, ਜਿਨ੍ਹਾਂ ਨੂੰ ਅਸੀਂ ਫਾਦਰ ਆਫ ਇਕਨੋਮਿਕਸ ਵੀ ਕਹਿੰਦੇ ਹਾਂ, ਐਡਮ ਸਮਿਥ। ਫਾਦਰ ਆਫ ਇਕਨੋਮਿਕਸ ਆਪਾਂ ਕਹਿੰਦੇ ਹਾਂ ਐਡਮ ਸਮਿਥ ਨੂੰ। ਇਹਨਾਂ ਨੇ 1776 ਦੇ ਵਿੱਚ ਆਪਣੀ ਕਿਤਾਬ ਦਿੱਤੀ ਸੀ ਪਹਿਲੀ, ਐਨ ਇਨਕੁਆਰੀ ਇਨਟੂ ਦੀ ਨੇਚਰ ਐਂਡ ਕਾਜ਼ਜ਼ ਆਫ ਦੀ ਵੈਲਥ ਆਫ ਨੇਸ਼ਨਸ। ਕਿਤਾਬ ਦਾ ਨਾਮ ਆ ਐਨ ਇਨਕੁਆਰੀ ਇਨਟੂ ਦੀ ਨੇਚਰ ਐਂਡ ਕਾਜ਼ਜ਼ ਆਫ ਦਾ ਵੈਲਥ ਆਫ ਨੇਸ਼ਨਸ। ਰਾਸ਼ਟਰ ਦੇ ਪੂੰਜੀ ਦੇ ਸਰੂਪ ਅਤੇ ਕਾਰਨਾਂ ਦੀ ਖੋਜ। ਇਸ ਕਿਤਾਬ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਿਹੜਾ ਇਕਨੋਮਿਕਸ ਹੈ ਉਸ ਦੀ ਵਰਤੋਂ ਕੀਤੀ।
ਉਸ ਤੋਂ ਬਾਅਦ ਤਾਂ ਟਾਈਮ ਦੇ ਉੱਤੇ ਅਲੱਗ-ਅਲੱਗ ਇਕੋਨਮਿਸਟ ਆਉਂਦੇ ਰਹੇ ਨੇ। ਇਹ ਆਪਾਂ ਅਲੱਗ-ਅਲੱਗ ਲੈਕਚਰਸ ਦੇ ਵਿੱਚ ਡਿਸਕਸ ਕਰਾਂਗੇ। ਵੈਸੇ ਮੈਂ ਥੋੜ੍ਹੇ ਜਿਹੇ ਨਾਮ ਲੈ ਦਿੰਦੀ ਹਾਂ। ਰਿਕਾਰਡੋ, ਮਾਲਥਸ, ਜੇਵੀਸੇ, ਮੇਂਜਰ, ਵਾਲਰਸ, ਕਰਨੋਟ, ਮਾਰਸ਼ਲ, ਪੀਗੂ। ਉਸ ਤੋਂ ਬਾਅਦ 1933 ਦੇ ਵਿੱਚ ਇਕੋਨਮਿਸਟ ਆਏ ਆ ਰਾਗਨਰ ਫਰਿਸ਼। ਰਾਗਨਰ RAGNER, ਰਾਗਨਰ FRISCH, ਫਰਿਸ਼, ਰਾਗਨਰ ਫਰਿਸ਼। ਰਾਗਨਰ ਫਰਿਸ਼ ਜਿਹੜੇ ਆ ਉਹਨਾਂ ਨੇ ਇਕਨੋਮਿਕਸ ਹੈ ਜਿਹੜੀ ਇਹਨੂੰ ਦੋ ਭਾਗਾਂ 'ਚ ਵੰਡਤਾ ਸੀ। ਇੱਕ ਸੀਗੀ ਮਾਈਕਰੋ ਇਕਨੋਮਿਕਸ ਅਤੇ ਇੱਕ ਹੈਗੀ ਸੀ ਮੈਕਰੋ ਇਕਨੋਮਿਕਸ। ਵਿਅਸ਼ਟੀ ਅਰਥ ਸ਼ਾਸਤਰ ਅਤੇ ਸਮਸ਼ਟੀ ਅਰਥ ਸ਼ਾਸਤਰ। ਵਿਅਸ਼ਟੀ ਅਰਥ ਸ਼ਾਸਤਰ ਮਾਈਕਰੋ ਇਕਨੋਮਿਕਸ, ਸਮਸ਼ਟੀ ਅਰਥ ਸ਼ਾਸਤਰ ਮੈਕਰੋ ਇਕਨੋਮਿਕਸ। ਉਸ ਤੋਂ ਬਾਅਦ ਕੇਨਜ਼ ਇਕੋਨਮਿਸਟ ਆਏ ਆ ਅਤੇ ਇਸ ਤਰ੍ਹਾਂ ਇਹ ਅਲੱਗ-ਅਲੱਗ ਟਾਈਮਸ ਉੱਤੇ ਅਲੱਗ-ਅਲੱਗ ਇਕੋਨਮਿਸਟ ਆਏ ਆ। ਇਹ ਨਹੀਂ ਹੈ ਕਿ ਤੁਹਾਨੂੰ ਇੱਥੇ ਹੀ ਯਾਦ ਰੱਖਣੇ ਆ ਤੁਸੀਂ, ਪਰ ਜਦੋਂ ਅਸੀਂ ਵਾਰ ਇਹਨਾਂ ਦੀ ਗੱਲ ਕਰੀ ਜਾਵਾਂਗੇ ਤਾਂ ਤੁਹਾਨੂੰ ਇਹ ਟਿਪਸ 'ਤੇ ਹੋ ਜਾਣਗੇ ਕਿ ਕਦੋਂ ਕਿਹੜਾ ਇਕੋਨਮਿਸਟ ਆਇਆ, ਕੀ ਗੱਲ ਹੋਈ। ਇਹ ਪਰ ਮਾਈਕਰੋ ਕੀ ਹੈ, ਮੈਕਰੋ ਇਕਨੋਮਿਕਸ ਕੀ ਹੈ, ਥੋੜ੍ਹਾ ਜਿਹਾ ਬਾਅਦ 'ਚ ਜਾ ਕੇ ਸਟੱਡੀ ਕਰਾਂਗੇ ਆਪਾਂ, ਥੋੜ੍ਹੇ 2-3 ਲੈਕਚਰਸ ਤੋਂ ਬਾਅਦ। ਸ਼ੁਰੂ 'ਚ ਆਪਾਂ ਇਹੀ ਦੇਖੀਏ ਕਿ ਇਕਨੋਮਿਕਸ ਕੀ ਹੈ, ਡੈਫੀਨੇਸ਼ਨ ਕੀ ਹੈ ਇਕਨੋਮਿਕਸ ਦੀ। ਇਕਨੋਮਿਕਸ ਤਾਂ ਆਪਾਂ ਗੱਲ ਕਰ ਲਈ ਕਿ ਸਾਡੇ ਲਿਮਟਿਡ ਰਿਸੋਰਸਿਸ ਆ, ਲਿਮਟਿਡ ਰਿਸੋਰਸਿਸ ਦੇ ਨਾਲ ਅਨਲਿਮਟਿਡ ਜਿਹੜੀਆਂ ਤੁਹਾਡੀਆਂ ਵਾਂਟਸ ਆ ਉਹਨਾਂ ਨੂੰ ਕਿਸ ਤਰ੍ਹਾਂ ਫੁੱਲਫਿਲ ਕਰੋਗੇ ਕਿ ਤੁਹਾਡੀ ਸੈਟਿਸਫੈਕਸ਼ਨ ਜਿਹੜੀ ਤੁਹਾਨੂੰ ਪ੍ਰਾਪਤ ਹੋਣ ਵਾਲੀ ਸੰਤੁਸ਼ਟੀ ਆ ਉਹ ਮੈਕਸੀਮਮ ਹੋ ਜਾਏ। ਅਤੇ ਹੁਣ ਅਸੀਂ ਗੱਲ ਕਰਾਂਗੇ ਡੈਫੀਨੇਸ਼ਨ ਇਕਨੋਮਿਕਸ ਦੀ। ਇਕਨੋਮਿਕਸ ਦੀ ਜਿੱਥੋਂ ਤੱਕ ਡੈਫੀਨੇਸ਼ਨ ਦਾ ਸੰਬੰਧ ਹੈ ਇਹ ਬਹੁਤ ਔਖਾ ਕੰਮ ਆ। ਕਹਿੰਦੇ ਆ ਕਿ ਜੇ 6 ਇਕੋਨਮਿਸਟ ਇਕੱਠੇ ਹੋ ਜਾਣਗੇ ਤਾਂ 7 ਵਿਚਾਰ, 7 ਸਲਾਹਾਂ ਤੁਹਾਨੂੰ ਮਿਲ ਜਾਣਗੀਆਂ। ਇਸ ਲਈ ਇਕਨੋਮਿਕਸ ਦੀ ਇੱਕ ਡੈਫੀਨੇਸ਼ਨ ਅਜੇ ਤੱਕ ਨਹੀਂ ਦਿੱਤੀ ਗਈ। ਇਕਨੋਮਿਕਸ ਦੀਆਂ ਅਲੱਗ-ਅਲੱਗ ਇਕੋਨਮਿਸਟਸ ਨੇ ਅਲੱਗ-ਅਲੱਗ ਡੈਫੀਨੇਸ਼ਨਸ ਦਿੱਤੀਆਂ, ਜਿੱਦਾਂ ਕਿ ਵੈਲਥ ਡੈਫੀਨੇਸ਼ਨ ਦਿੱਤੀ ਹੈ ਜਿਹਨੂੰ ਅਸੀਂ ਪੂੰਜੀ ਸੰਬੰਧੀ ਪਰਿਭਾਸ਼ਾ ਕਹਿ ਦਿੰਦੇ ਹਾਂ, ਐਡਮ ਸਮਿਥ ਨੇ। ਕਲਿਆਣ ਸੰਬੰਧੀ ਪਰਿਭਾਸ਼ਾ ਵੈਲਫੇਅਰ ਡੈਫੀਨੇਸ਼ਨ ਦਿੱਤੀ ਹੈ ਮਾਰਸ਼ਲ ਨੇ। ਸਕੇਅਰਸਿਟੀ ਡੈਫੀਨੇਸ਼ਨ ਦਿੱਤੀ ਹੈ ਰੋਬਿਨਸਨ ਨੇ। ਅਤੇ ਅੱਜ ਅਸੀਂ ਪਹਿਲਾਂ ਗੱਲ ਕਰਾਂਗੇ ਵੈਲਥ ਡੈਫੀਨੇਸ਼ਨ ਜਿਹੜੀ ਹੈ ਐਡਮ ਸਮਿਥ ਨੇ ਦਿੱਤੀ ਸੀ। ਐਡਮ ਸਮਿਥ ਨੇ ਕੀ ਕਿਹਾ, ਇਕਨੋਮਿਕਸ ਇਜ਼ ਐਨ ਇਨਕੁਆਇਰੀ ਇਨਟੂ ਦੀ ਨੇਚਰ ਐਂਡ ਕਾਜ਼ਜ਼ ਆਫ ਦੀ ਵੈਲਥ ਆਫ ਨੇਸ਼ਨਸ। ਅਰਥ ਸ਼ਾਸਤਰ ਰਾਸ਼ਟਰਾਂ ਦੀ ਪੂੰਜੀ ਦੇ ਸੁਭਾਅ ਅਤੇ ਕਾਰਨਾਂ ਦੀ ਖੋਜ ਹੈ। ਰਾਸ਼ਟਰਾਂ ਦੀ ਪੂੰਜੀ ਦੇ ਸੁਭਾਅ ਅਤੇ ਕਾਰਨਾਂ ਦੀ ਖੋਜ। ਮੈਂ ਸਿੰਪਲ ਵਰਡਸ ਦੇ ਵਿੱਚ ਤੁਹਾਨੂੰ ਦੱਸਦੀ ਹਾਂ, ਇਹ ਸ਼ਾਇਦ ਤੁਹਾਡੀ ਬੁੱਕ ਦੇ ਵਿੱਚ ਇੱਥੇ ਤਾਂ ਨਹੀਂ ਲਿਖਿਆ ਹੋਇਆ। ਰਾਸ਼ਟਰਾਂ ਦੀ ਪੂੰਜੀ ਅਤੇ ਸੁਭਾਅ ਦੇ ਕਾਰਨਾਂ ਦੀ ਖੋਜ, ਕਿ ਤੁਹਾਡੀ ਜਿਹੜੀ ਵੈਲਥ ਆ ਉਹ ਕਿੱਥੋਂ ਆਉਂਦੀ ਪਈ ਆ, ਉਹਨਾਂ ਦੀ ਨੇਚਰ ਕਿਸ ਤਰ੍ਹਾਂ ਦੀ ਆ। ਇਹ ਮੈਂ ਇੱਥੇ ਕਹਿੰਦੀ ਹਾਂ, ਇਹਨੂੰ ਬੋਰਿੰਗ ਮਹਿਸੂਸ ਨਾ ਕਰੀਓ, ਬਹੁਤ ਸਿੰਪਲ ਹੈ। ਜਦੋਂ ਅਸੀਂ ਥੋੜ੍ਹਾ ਜਿਹਾ ਡਿਟੇਲ 'ਚ ਡਿਸਕਸ ਕਰਾਂਗੇ, ਡਿਟੇਲ 'ਚ ਚਲੇ ਜਾਵਾਂਗੇ ਤਾਂ ਤੁਹਾਨੂੰ ਬਹੁਤ ਸੌਖਾ ਹੋ ਜਾਏਗਾ ਸਮਝਣਾ। ਅਤੇ ਮੈਂ ਕੱਲ੍ਹ ਇਹਦੇ ਬਾਰੇ ਦੁਬਾਰਾ ਫਿਰ ਗੱਲ ਕਰੂੰਗੀ ਅਤੇ ਥੋੜ੍ਹੇ ਹੋਰ ਸਿੰਪਲ ਵਰਡਸ ਵਿੱਚ ਕਰੂੰਗੀ। ਮੈਂ ਹੁਣੇ ਉਹ ਗੱਲ ਇਸ ਲਈ ਨਹੀਂ ਕਰ ਰਹੀ ਕਿ ਇਹ ਨਾ ਹੋਵੇ ਕਿ ਤੁਸੀਂ ਆਹ ਜਿਹੜੀ ਗੱਲ ਇੱਥੇ ਹੁੰਦੀ ਪਈ ਆ ਇਹਨੂੰ ਇਗਨੋਰ ਕਰ ਦਿਓ। ਇਸ ਲਈ ਇੱਕ ਜੇਵੀਸੇ ਹੈਗੇ ਇਕੋਨਮਿਸਟ, ਉਹਨਾਂ ਨੇ ਕੀ ਕਿਹਾ, ਇਹ ਉਹ ਵਿਗਿਆਨ ਆ, ਮਤਲਬ ਇਕਨੋਮਿਕਸ ਉਹ ਵਿਗਿਆਨ ਆ ਜੋ ਪੂੰਜੀ ਦੀ ਵਿਆਖਿਆ ਕਰਦਾ। ਪੂੰਜੀ ਕੀ ਹੁੰਦੀ ਹੈ ਇੱਥੇ ਵਾਰ ਮੈਂ ਦੱਸਦੇ ਹਾਂ। ਪੂੰਜੀ ਇਕਨੋਮਿਕਸ 'ਚ ਕਿਹਨੂੰ ਕਹਿੰਦੇ ਆ, ਪੂੰਜੀ ਜਿਹਦੇ 'ਤੇ ਤੁਹਾਡੀ ਓਨਰਸ਼ਿਪ ਆ, ਤੁਹਾਡਾ ਪੈਨ, ਤੁਹਾਡਾ ਕੱਪੜੇ, ਤੁਹਾਡੀ ਓਨਰਸ਼ਿਪ ਆ। ਵੈਲਥ ਤੁਹਾਡਾ ਧਨ ਆ, ਇਹਨੂੰ ਕਿਹਾ ਜਾਏਗਾ। ਅਤੇ ਇਹਦੀਆਂ ਫੀਚਰਸ ਕੀ ਆ, ਫੀਚਰਸ ਜਿਹੜੀਆਂ ਤੁਹਾਡੀ ਵੈਲਥ ਡੈਫੀਨੇਸ਼ਨ ਜਿਹੜੀ ਐਡਮ ਸਮਿਥ ਨੇ ਦਿੱਤੀ ਹੈ ਉਹਦੇ ਕੀ ਫੀਚਰਸ ਆ। ਸਭ ਤੋਂ ਪਹਿਲਾਂ ਇਹਦਾ ਫੀਚਰ ਇਹ ਹੈ ਕਿ ਅਰਥ ਸ਼ਾਸਤਰ ਸਿਰਫ ਪੂੰਜੀ ਦਾ ਅਧਿਐਨ ਆ। ਇਕਨੋਮਿਕਸ ਇਜ਼ ਦ ਸਟੱਡੀ ਆਫ ਵੈਲਥ ਓਨਲੀ। ਇਸ ਪਰਿਭਾਸ਼ਾ ਦੇ ਅਨੁਸਾਰ ਕੀ ਹੈ ਕਿ ਅਰਥ ਸ਼ਾਸਤਰ ਦੇ ਵਿੱਚ ਸਿਰਫ ਪੂੰਜੀ ਦਾ ਅਧਿਐਨ ਕੀਤਾ ਜਾਂਦਾ। ਇਸ ਪਰਿਭਾਸ਼ਾ ਦੇ ਅਨੁਸਾਰ ਅਰਥ ਸ਼ਾਸਤਰ ਦਾ ਉਦੇਸ਼ ਕਿਸੇ ਦੇਸ਼ ਦੀ ਪੂੰਜੀ ਨੂੰ ਵਧਾਉਣਾ ਹੈ। ਅਰਥ ਸ਼ਾਸਤਰ ਵਿੱਚ ਪੂੰਜੀ ਦੇ ਉਪਯੋਗ, ਉਤਪਾਦਨ, ਵੰਡ ਅਤੇ ਵਟਾਂਦਰੇ ਦਾ ਅਧਿਐਨ ਕੀਤਾ ਜਾਂਦਾ। ਜਿਹੜੀ ਤੁਹਾਡੀ ਵੈਲਥ ਆ, ਜਿੱਥੇ ਤੁਹਾਡੀ ਓਨਰਸ਼ਿਪ ਆ, ਉਹਦਾ ਕੰਜੰਪਸ਼ਨ ਕਿਸ ਤਰ੍ਹਾਂ ਹੋਏਗੀ, ਉਹਦਾ ਉਤਪਾਦਨ ਕਿਸ ਤਰ੍ਹਾਂ ਹੋਏਗਾ, ਉਹਦੀ ਡਿਸਟਰੀਬਿਊਸ਼ਨ ਕਿਸ ਤਰ੍ਹਾਂ ਹੋਏਗੀ, ਐਕਸਚੇਂਜ ਕਿਸ ਤਰ੍ਹਾਂ ਹੋਏਗੀ, ਇਹਦੀ ਸਟੱਡੀ ਕੀਤੀ ਜਾਂਦੀ ਹੈ ਇਕਨੋਮਿਕਸ ਦੇ ਵਿੱਚ। ਦੂਸਰਾ ਹੈਗਾ ਪੂੰਜੀ ਦਾ ਸੁਭਾਅ। ਮੈਂ ਪਹਿਲੇ ਪੁਆਇੰਟ ਦੇ ਵਿੱਚ ਮੈਂ ਨਹੀਂ ਗੱਲ ਕੀਤੀ ਕਿ ਪੂੰਜੀ ਕੀ ਹੈ, ਪੂੰਜੀ ਦਾ ਅਰਥ ਕੀ ਹੈ। ਦੇਖੋ ਇਹਨੇ ਆਪ ਹੀ ਐਕਸਪਲੇਨ ਕੀਤਾ, ਮੀਨਿੰਗ ਆਫ ਦੀ ਵੈਲਥ। ਆਪਾਂ ਕਹਿ ਤਾਂ ਦਿੱਤਾ ਕਿ ਅਰਥ ਸ਼ਾਸਤਰ ਪੂੰਜੀ ਦੀ ਸਟੱਡੀ ਹੈ। ਇਕੋਨੋਮਿਕਸ ਦੇ ਵਿੱਚ ਅਸੀਂ ਪੂੰਜੀ ਦੀ ਸਟੱਡੀ ਕਰਦੇ ਹਾਂ, ਵੈਲਥ। ਪੂੰਜੀ ਮੀਨਸ ਵੈਲਥ, ਵੈਲਥ ਦੀ ਸਟੱਡੀ। ਪੂੰਜੀ ਦੀ ਇੰਗਲਿਸ਼ ਕੀ ਆ, ਵੈਲਥ ਦੀ ਸਟੱਡੀ ਹੈ ਇਕਨੋਮਿਕਸ। ਅਤੇ ਵੈਲਥ ਕੀ ਆ, ਵੈਲਥ ਦਾ ਭਾਵ ਹੈ ਭੌਤਿਕ ਪਦਾਰਥ। ਭੌਤਿਕ ਪਦਾਰਥ ਕੀ ਹੁੰਦੇ ਆ, ਜਿਵੇਂ ਕਿ ਤੁਸੀਂ ਜਾਣਦੇ ਹੋ, ਜਿਹਨਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹਨਾਂ ਨੂੰ ਆਪਾਂ ਦੇਖ ਸਕਦੇ ਹਾਂ। ਅਤੇ ਲਾਈਕ ਕੱਪੜਾ, ਕਾਰ, ਫਰਨੀਚਰ, ਕਿਤਾਬ, LED, ਸੋਨਾ, ਚਾਂਦੀ, ਇਹ ਸਾਰੇ ਕੀ ਆ, ਭੌਤਿਕ ਪਦਾਰਥ, ਫਿਜ਼ੀਕਲ ਗੁੱਡਸ ਆ ਇਹ। ਅਤੇ ਇਹ ਫਿਜ਼ੀਕਲ ਗੁੱਡਸ ਨੂੰ ਆਪਾਂ ਟੱਚ ਵੀ ਕਰ ਸਕਦੇ ਹਾਂ,
ਦੇਖ ਵੀ ਸਕਦੇ ਹਾਂ। ਅਤੇ ਅਰਥ ਸ਼ਾਸਤਰ ਦੇ ਵਿੱਚ ਇਹਨਾਂ ਦੀ ਸਟੱਡੀ ਕੀਤੀ ਜਾਂਦੀ ਹੈ। ਇਹ ਕਿਹਾ ਸੀਗਾ ਸਾਨੂੰ ਐਡਮ ਸਮਿਥ ਨੇ। ਅਤੇ ਫਿਰ ਉਸ ਤੋਂ ਬਾਅਦ ਪੂੰਜੀ ਦੇ ਕਾਰਨ ਕੀ ਹੈ ਕਿ ਅਰਥ ਸ਼ਾਸਤਰ ਦੇ ਵਿੱਚ ਪੂੰਜੀ ਵਿੱਚ ਵਾਧਾ ਕਰਨ ਲਈ ਲੋੜਵੰਦ ਸਾਧਨਾਂ ਦੀ ਖੋਜ ਕਰਦਾ। ਪੂੰਜੀ ਕੀ ਆ? ਕੱਪੜਾ, ਕਾਰ, ਫਰਨੀਚਰ, ਕਿਤਾਬ, LED, ਸੋਨਾ, ਚਾਂਦੀ, ਜਿੱਥੇ ਤੁਹਾਡੀ ਓਨਰਸ਼ਿਪ ਆ। ਫਿਰ ਉਹਨਾਂ ਦੀ ਖੋਜ ਕਿੱਦਾਂ ਹੋਏਗੀ? ਉਹਨਾਂ ਦੇ ਵਿੱਚ ਵਾਧਾ ਕਿਸ ਤਰ੍ਹਾਂ ਹੋਏਗਾ, ਇਹਦੀ ਗੱਲ ਕੀਤੀ ਜਾਂਦੀ ਹੈ। ਇੱਕ ਤਰ੍ਹਾਂ ਨਾਲ ਜੇ ਆਪਾਂ ਕਹੀਏ ਉਹਨਾਂ ਦੇ ਵਿੱਚ ਵਾਧਾ ਕਿੱਦਾਂ ਹੋਏਗਾ, ਉਤਪਾਦਨ 'ਚ ਕਿੱਦਾਂ ਵਾਧਾ ਹੋਏਗਾ। ਉਤਪਾਦਨ 'ਚ ਕਦੋਂ ਵਾਧਾ ਹੋਏਗਾ? ਜਦੋਂ ਮੰਗ 'ਚ ਵਾਧਾ ਹੋਏਗਾ। ਅਤੇ ਮੰਗ 'ਚ ਕਦੋਂ ਵਾਧਾ ਹੋਏਗਾ? ਜਦੋਂ ਤੁਹਾਡੀ ਆਮਦਨ 'ਚ ਵਾਧਾ ਹੋਏਗਾ। ਇਸ ਲਈ ਪੂੰਜੀ ਦੇ ਕਾਰਨ ਆ ਜਿਹੜੇ ਇਹ ਦੇਖੇ ਜਾਂਦੇ, ਪੂੰਜੀ ਦੇ ਕਾਰਨਾਂ ਦੀ ਖੋਜ ਕੀਤੀ ਜਾਂਦੀ। ਦੇਖੋ ਮੀਨਿੰਗ ਵੀ ਜਿਹੜਾ ਉੱਪਰ ਸਟਾਰਟਿੰਗ 'ਤੇ ਲਿਖਿਆ ਹੋਇਆ, ਇਕਨੋਮਿਕਸ ਇਜ਼ ਐਨ ਇਨਕੁਆਇਰੀ ਇਨਟੂ ਦੀ ਨੇਚਰ ਐਂਡ ਕਾਜ਼ਸ ਆਫ ਦੀ ਵੈਲਥ ਆਫ ਨੇਸ਼ਨਸ। ਕਿ ਜਿਹੜੀ ਤੁਹਾਡੀ ਪੂੰਜੀ ਆ ਉਹ ਕਿੱਥੋਂ ਆਉਂਦੀ ਪਈ ਆ, ਉਹਦੇ ਵਿੱਚ ਕਿੱਥੋਂ ਵਾਧਾ ਹੁੰਦਾ ਪਿਆ, ਕਿਸ ਤਰੀਕੇ ਨਾਲ ਵਾਧਾ ਹੁੰਦਾ ਪਿਆ। ਪਰ ਇੱਕ ਜਿਹੜਾ ਉਹਦਾ ਫੀਚਰ ਇਹ ਵੀ ਆ ਕਿ ਜਿਹੜਾ ਜਿਹਦੀ ਤੁਸੀਂ ਸਟੱਡੀ ਕਰਦੇ ਪਏ ਹੋ, ਉਹ ਜਿਹੜਾ ਹਿਊਮਨ ਬੀਇੰਗ ਆ, ਉਹ ਜਿਹੜਾ ਇੰਡੀਵਿਜੂਅਲ ਆ, ਉਹ ਕਿਹੜਾ ਹੋਣਾ ਚਾਹੀਦਾ? ਆਰਥਿਕ ਵਿਅਕਤੀ ਹੋਣਾ ਚਾਹੀਦਾ। ਆਰਥਿਕ ਵਿਅਕਤੀ ਕਿਹੜਾ ਹੁੰਦਾ? ਜਿਹੜਾ ਸੈਲਫ ਇੰਟਰਸਟ ਨੂੰ ਚੰਗੀ ਤਰ੍ਹਾਂ ਸਮਝਦਾ, ਜਿਹਨੂੰ ਪਤਾ ਹੁੰਦਾ ਕਿ ਉਹਦਾ ਬੈਨੀਫਿਟ ਕਿਹੜੀ ਚੀਜ਼ ਦੇ ਵਿੱਚ ਹੈਗਾ ਆ। ਮੀਨਸ ਜੇ ਆਪਾਂ ਐਡਮ ਸਮਿਥ ਦੇ ਅਕੋਰਡਿੰਗ ਦੇਖੀਏ ਤਾਂ ਅਰਥ ਸ਼ਾਸਤਰ ਕੀ ਆ? ਇੱਕ ਪੂੰਜੀ ਕੀ ਹੈ? ਕੱਪੜਾ, ਫਰਨੀਚਰ, ਕਾਰ, ਕਿਤਾਬ, LED, ਸੋਨਾ, ਚਾਂਦੀ, ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਟੱਚ ਵੀ ਕਰ ਸਕਦੇ ਹੋ, ਜਿਨ੍ਹਾਂ ਨੂੰ ਦੇਖ ਵੀ ਸਕਦੇ ਹੋ, ਇਹ ਪੂੰਜੀ ਹੈ। ਇਸ ਪੂੰਜੀ ਦਾ ਅਧਿਐਨ ਆ, ਇਸ ਦੀ ਸਟੱਡੀ ਆ। ਇਸ ਪੂੰਜੀ ਦੇ ਵਿੱਚ ਕਿੱਦਾਂ ਵਾਧਾ ਹੋਏਗਾ, ਇਸ ਚੀਜ਼ ਦੀ ਸਟੱਡੀ ਆ। ਅਤੇ ਉਹ ਸਟੱਡੀ ਕਰਨ ਵਾਲਾ ਜਿਹੜਾ ਵਿਅਕਤੀ ਆ, ਉਹ ਕਿਹੜਾ ਹੋਣਾ ਚਾਹੀਦਾ ਆ? ਉਹ ਹੋਣਾ ਚਾਹੀਦਾ ਆਰਥਿਕ ਵਿਅਕਤੀ, ਜਿਹੜਾ ਸੈਲਫ ਇੰਟਰਸਟ ਨੂੰ ਸਮਝਦਾ ਹੋਵੇ, ਜਿਹੜਾ ਆਪਣਾ ਬੈਨੀਫਿਟ ਆ ਜਿਹੜਾ ਉਸ ਚੀਜ਼ ਨੂੰ ਸਮਝਦਾ ਹੋਵੇ। ਇਹ ਸੀ ਐਡਮ ਸਮਿਥ ਦੀ ਡੈਫੀਨੇਸ਼ਨ, ਐਡਮ ਸਮਿਥ ਦੀ ਵੈਲਥ ਡੈਫੀਨੇਸ਼ਨ, ਜਿਹਦੇ ਵਿੱਚ ਉਹਨੇ ਕਿਹਾ ਕਿ ਆਪਾਂ ਜਿਹੜੀ ਇਕਨੋਮਿਕਸ ਆ ਉਹਦੇ ਵਿੱਚ ਸਿੰਪਲ ਜਿਹੇ ਵਰਡਸ ਦੇ ਵਿੱਚ ਦੇਖੀਏ, ਸਿੰਪਲ ਵਰਡਸ ਦੇ ਵਿੱਚ ਕਹੀਏ ਤਾਂ ਐਡਮ ਸਮਿਥ ਇਹੀ ਕਹਿੰਦੇ ਆ ਕਿ ਆਪਾਂ ਪੂੰਜੀ ਦੇ ਵਿੱਚ ਕਿਸ ਤਰ੍ਹਾਂ ਵਾਧਾ ਕਰ ਸਕਦੇ ਹਾਂ, ਪੂੰਜੀ ਦੇ ਵਿੱਚ ਵਾਧਾ ਕਰਨ ਲਈ ਕਿਹੜੇ ਨਵੇਂ ਤਰੀਕੇ ਜਿਹੜੇ ਖੋਜ ਸਕਦੇ ਹਾਂ, ਨਵੇਂ ਤਰੀਕਿਆਂ ਦੀ ਖੋਜ ਕਿਸ ਤਰ੍ਹਾਂ ਹੋਏਗੀ, ਇਹ ਇਕਨੋਮਿਕਸ ਆ। ਦੇਖੋ ਬਹੁਤ ਸਿੰਪਲ ਹੈ। ਪੂੰਜੀ ਫਿਜ਼ੀਕਲ ਗੁੱਡਸ, ਜਿਨ੍ਹਾਂ ਨੂੰ ਅਸੀਂ ਟੱਚ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਉਹਨਾਂ ਗੁੱਡਸ। ਦੇਖੋ ਸਾਡੀਆਂ ਡੇਲੀ ਦੀਆਂ ਚੀਜ਼ਾਂ ਆ, ਡੇਲੀ ਦੀਆਂ ਰਿਕੁਆਇਰਮੈਂਟਸ ਆ, ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਹੀ ਹੋਣਗੀਆਂ। ਇਹੀ ਚੀਜ਼ ਨਹੀਂ, ਕਈ ਚੀਜ਼ਾਂ ਮੈਂ ਲਾਈਕ ਟੇਬਲ, ਚੇਅਰ, ਇਹ ਵੀ ਤੁਹਾਡੀ ਵੈਲਥ ਆ। ਔਰ ਜਿਹੜੀਆਂ ਵੀ ਗੁੱਡਸ ਆਪਾਂ ਟੱਚ ਕਰਦੇ ਹਾਂ, ਜਿਹੜੀਆਂ ਵੀ ਆਪਾਂ ਗੁੱਡਸ ਦੇਖਦੇ ਹਾਂ, ਇਹ ਫਿਜ਼ੀਕਲ ਗੁੱਡਸ ਆ। ਔਰ ਇਹਨਾਂ ਦੇ ਵਿੱਚ ਵਾਧਾ ਕਿਸ ਤਰ੍ਹਾਂ ਹੋਏਗਾ, ਔਰ ਇਹਨਾਂ ਦੀ ਖੋਜ ਕਿਸ ਤਰ੍ਹਾਂ ਕਰਾਂਗੇ ਆਪਾਂ, ਇਹਨਾਂ ਸਾਧਨਾਂ ਦੇ ਵਿੱਚ ਵਾਧਾ ਕਰਨ ਲਈ ਖੋਜ ਕਿਸ ਤਰ੍ਹਾਂ ਹੋਏਗੀ, ਇਹ ਕੀ ਆ? ਇਕਨੋਮਿਕਸ। ਅਤੇ ਇਹਨਾਂ ਪੂੰਜੀ ਦੇ ਵਿੱਚ ਵਾਧਾ, ਵੈਲਥ ਦੇ ਵਿੱਚ ਵਾਧਾ ਕਰਨ ਲਈ ਜਦੋਂ ਅਸੀਂ ਜਾਵਾਂਗੇ, ਉਤਪਾਦਨ ਵਧਾਵਾਂਗੇ। ਉਤਪਾਦਨ ਵਧਾਉਣ ਦੇ ਲਈ ਦੇਖੋ ਸਿੰਪਲ ਆ, ਜੇ ਤੁਸੀਂ ਉਤਪਾਦਨ ਵਧਾਉਣਾ ਚਾਹੁੰਦੇ, ਤੁਸੀਂ ਕਿਸੇ ਚੀਜ਼ ਦੀ ਜ਼ਿਆਦਾ ਪ੍ਰੋਡਕਸ਼ਨ ਕਰਨਾ ਚਾਹੁੰਦੇ, ਕਦੋਂ ਕਰੋਗੇ? ਇੱਕ ਬਿਜ਼ਨਸਮੈਨ ਦੇ ਤੌਰ 'ਤੇ ਸੋਚੋ, ਕਦੋਂ ਕਰੋਗੇ? ਜਦੋਂ ਤੁਹਾਡੀ ਚੀਜ਼ ਦੀ ਮੰਗ ਹੁੰਦੀ ਹੈ। ਇਸ ਲਈ ਉਤਪਾਦਨ ਤੋਂ ਪਹਿਲਾਂ ਕੀ ਹੋਣੀ ਚਾਹੀਦੀ ਆ? ਮੰਗ, ਡਿਮਾਂਡ ਹੋਣੀ ਚਾਹੀਦੀ ਆ। ਡਿਮਾਂਡ ਕਦੋਂ ਹੋਏਗੀ? ਡਿਮਾਂਡ ਕਦੋਂ ਹੋਏਗੀ? ਜਦੋਂ ਤੁਹਾਡੇ ਕੋਲ ਪੈਸਾ ਹੋਏਗਾ, ਜਦੋਂ ਤੁਹਾਡੇ ਕੋਲ ਮਨੀ ਹੋਏਗੀ, ਵੈਲਥ ਹੋਏਗੀ, ਧਨ ਹੋਏਗਾ, ਠੀਕ ਹੈ। ਅਤੇ ਇਨਕਮ ਹੋਏਗੀ, ਜੋ ਤੁਹਾਡੀ ਇਨਕਮ ਕਦੋਂ ਹੋਏਗੀ? ਜਦੋਂ ਤੁਹਾਡੇ ਕੋਲ ਇੰਪਲਾਈਮੈਂਟ ਹੋਏਗੀ। ਇਸ ਤਰ੍ਹਾਂ ਨਾਲ ਪੂਰੇ ਸਿਸਟਮ ਦੀ ਸਟੱਡੀ ਹੋ ਜਾਂਦੀ ਇੱਕ ਤਰ੍ਹਾਂ ਨਾਲ ਇਕਨੋਮਿਕਸ। ਪ੍ਰੋਡਕਸ਼ਨ, ਡਿਮਾਂਡ, ਤੁਹਾਡੀ ਇਨਕਮ, ਅਤੇ ਇਨਕਮ ਕਦੋਂ ਹੋਏਗੀ? ਜਦੋਂ ਤੁਹਾਡੇ ਕੋਲ ਇੰਪਲਾਈਮੈਂਟ ਹੋਏਗੀ। ਇੰਪਲਾਈਮੈਂਟ ਕਦੋਂ ਹੋਏਗੀ? ਜਦੋਂ ਸ਼ੁਰੂ 'ਚ ਕੋਈ ਇਨਵੈਸਟ ਕਰੂਗਾ। ਉਹ ਇਨਵੈਸਟ ਕੌਣ ਕਰੂਗਾ? ਜਾਂ ਸਰਕਾਰਾਂ ਕਰਦੀਆਂ, ਜਾਂ ਪ੍ਰਾਈਵੇਟ ਸੈਕਟਰ ਕਰਦਾ ਹੈ। ਇਸ ਤਰ੍ਹਾਂ ਨਾਲ ਪੂਰੇ ਸਿਸਟਮ ਦੀ ਇੱਕ ਤਰ੍ਹਾਂ ਨਾਲ ਸਟੱਡੀ ਹੈ ਜਿਹੜੀ, ਉਹ ਇਕਨੋਮਿਕਸ ਆ। ਇਸ ਇਕਨੋਮਿਕਸ ਦੇ ਵਿੱਚ ਅਸੀਂ ਆਰਥਿਕ ਗਤੀਵਿਧੀਆਂ, ਜਿਨ੍ਹਾਂ ਦੇ ਵਿੱਚ ਆਰਥਿਕ ਗਤੀਵਿਧੀਆਂ ਕਿਹੜੀਆਂ ਹੁੰਦੀਆਂ? ਜਿਨ੍ਹਾਂ ਦੇ ਵਿੱਚ ਉਤਪਾਦਨ ਦੇ ਵਿੱਚ ਵਾਧਾ ਹੁੰਦਾ, ਜਿਨ੍ਹਾਂ ਦੇ ਨਾਲ ਉਤਪਾਦਨ 'ਚ ਵਾਧਾ ਹੁੰਦਾ ਅਤੇ ਆਮਦਨ 'ਚ ਵਾਧਾ ਹੁੰਦਾ। ਆਰਥਿਕ ਐਕਟੀਵਿਟੀਜ਼ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਆਪਾਂ ਕਹਿ ਦਿੰਦੇ ਹਾਂ, ਜਿਹਦੇ ਨਾਲ ਇਨਕਮ ਦੇ ਵਿੱਚ ਅਤੇ ਉਤਪਾਦਨ ਦੇ ਵਿੱਚ ਜਿਨ੍ਹਾਂ ਦੇ ਨਾਲ ਵਾਧਾ ਹੋ ਜਾਂਦਾ, ਠੀਕ ਹੈ। ਇੱਕ ਤਰ੍ਹਾਂ ਦੇ ਨਾਲ ਇਕਨੋਮਿਕਸ ਹੈ ਜਿਹੜੀ, ਉਹ ਆਰਥਿਕ ਗਤੀਵਿਧੀਆਂ ਦਾ ਅਧਿਐਨ ਆ, ਜਿਹਦੇ ਵਿੱਚ ਅਸੀਂ ਵੈਲਥ ਕਿਸ ਤਰ੍ਹਾਂ ਵਧੇਗੀ, ਉਹਦੇ ਵਿੱਚ ਕਿਸ ਤਰ੍ਹਾਂ ਵਾਧਾ ਹੋਏਗਾ, ਡਿਮਾਂਡ, ਉਹ ਪ੍ਰੋਡਕਸ਼ਨ ਦੇ ਵਿੱਚ ਕਿਸ ਤਰ੍ਹਾਂ ਵਾਧਾ ਹੋਏਗਾ, ਇਹਦੀ ਗੱਲ ਕਰਦੇ ਹਾਂ ਆਪਾਂ। ਇਹ ਸੀ ਡੈਫੀਨੀਸ਼ਨ ਅਤੇ ਉਹਦੇ ਫੀਚਰਸ ਜਿਹੜੇ ਐਡਮ ਸਮਿਥ ਨੇ ਦਿੱਤੇ ਆ। ਕੱਲ੍ਹ ਅਸੀਂ ਜਿਹੜੇ ਆ ਉਹ ਕਰਾਂਗੇ ਨੈਕਸਟ ਜਿਹੜੀਆਂ ਸਾਡੀਆਂ ਡੈਫੀਨੇਸ਼ਨਸ ਆ, ਮਾਰਸ਼ਲ ਐਂਡ ਰੋਬਿਨਸ। ਮੈਂ ਇੱਥੋਂ ਦੱਸਦੇ ਹਾਂ ਕਿ ਇੱਥੋਂ ਦੇਖ ਕੇ ਇਹ ਨਹੀਂ ਕਹਿ ਦੇਣਾ ਕਿ ਇਹ ਬਹੁਤ ਔਖਾ ਹੈ। ਇਹ ਇੰਨੇ ਦੇ ਬੇਸ ਦੇ ਉੱਤੇ ਅਸੀਂ ਮੈਂ ਮੰਨਦੀ ਹਾਂ, ਹੋ ਸਕਦਾ ਇਹ ਲੈਕਚਰ ਸੁਣ ਕੇ ਤੁਹਾਨੂੰ ਬਹੁਤ ਕਲੈਰਿਟੀ ਨਾ ਹੋਈ ਹੋਵੇ ਕੰਸੈਪਟ ਦੀ, ਪਰ ਜਦੋਂ ਅਸੀਂ ਇਹਦੇ ਨਾਲ ਬਾਕੀ ਦਾ ਵੀ ਕਰ ਲਾਂਗੇ ਅਤੇ 100% ਆ, 100% ਤੋਂ ਵੀ ਜ਼ਿਆਦਾ ਪਰਸੈਂਟੇਜ ਆ ਕਿ ਤੁਹਾਨੂੰ ਕੰਸੈਪਟ ਕਲੀਅਰ ਹੋਏਗਾ। ਇਸ ਲਈ ਇਹਨੂੰ ਟਰਾਈ ਕਰਨਾ, ਇਹਨੂੰ ਪੜ੍ਹਨਾ। ਇਹਦੇ ਨਾਲ ਮੈਂ ਸਟੱਡੀ ਮਟੀਰੀਅਲ ਵੀ ਭੇਜ ਰਹੀ ਹਾਂ, ਇੱਕ PDF ਆਏਗਾ,
ਉਹ PDF ਖੋਲ੍ਹ ਕੇ ਆਪਣੇ ਸਾਹਮਣੇ ਰੱਖ ਕੇ ਓਪਨ ਕਰਕੇ ਦੈਨ ਤੁਸੀਂ ਇਹ ਵੀਡੀਓ ਨਾਲ ਸੁਣੋਗੇ ਤਾਂ 110% ਆ, 100% ਤੋਂ ਵੀ ਜ਼ਿਆਦਾ ਆ ਕਿ ਤੁਹਾਨੂੰ ਇਹ ਕੰਸੈਪਟ ਕਲੀਅਰ ਹੋ ਜਾਏਗਾ। ਥੈਂਕ ਯੂ ਸੋ ਮੱਚ। ਨੈਕਸਟ ਆਪਾਂ ਜਿਹੜਾ ਕਰਾਂਗੇ ਮਾਰਸ਼ਲ ਦੀ ਵੈਲਫੇਅਰ ਡੈਫੀਨੇਸ਼ਨ। ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਪਰ ਮੈਂ ਫਿਰ ਦੱਸਾਂ ਕਿ ਇਕਨੋਮਿਕਸ ਦੀ ਕੋਈ ਇੱਕ ਪਾਰਟੀਕੂਲਰ ਡੈਫੀਨੇਸ਼ਨ ਨਹੀਂ, ਅਲੱਗ-ਅਲੱਗ ਇਕੋਨਮਿਸਟਸ ਨੇ ਵਿਚਾਰ ਦਿੱਤੇ ਆ। ਜਿਹੜਾ ਹੁਣੇ ਅਸੀਂ ਡਿਸਕਸ ਕੀਤਾ ਇਹ ਐਡਮ ਸਮਿਥ ਦੇ ਵਿਚਾਰ ਆ। ਕੱਲ੍ਹ ਆਪਾਂ ਮਾਰਸ਼ਲ ਦੇ ਵਿਚਾਰ ਜਿਹੜੇ ਆ ਉਹ ਕਰਾਂਗੇ। ਥੈਂਕ ਯੂ ਸੋ ਮੱਚ।